ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਕਿਉਂਕਿ ਮਨ ਖਿਲ ਰਿਹਾ ਹੁੰਦਾ ਹੈ ਸੰਸਾਰ ਵਿੱਚ। ਸਤ ਕਰਤਾਰ ਜੀ ਦੇ ਨਾਲ ਜੁੜਨਾ ਬੜਾ ਔਖਾ ਹੈ। ਆਖਣ ਔਖਾ ਸਾਚਾ ਨਾਉ। ਵਾਹਿਗੁਰੂ ਦਾ ਨਾਮ ਲੈਣਾ ਵੀ ਬੜਾ ਔਖਾ ਹੈ ਇਸ ਸਮੇਂ ਦੇ ਵਿੱਚ। ਬੰਦੀ ਨੂੰ ਹੋਰ ਹੀ ਝੰਜਟ ਬੜੇ ਪਏ ਹੋਏ ਹਨ। ਲੇਕਿਨ ਇਹ ਝੰਜਟ ਸਾਰੇ ਸੰਸਾਰ ਦੇ ਹਨ। ਇਹਨਾਂ ਵਿੱਚ ਬੰਦਾ ਉਲਝਿਆ ਰਹਿੰਦਾ ਹੈ, ਮੋਹ ਮਾਇਆ ਦੇ ਜਾਲ ਵਿੱਚ ਲਪੇਟਿਆ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜੀ ਉਮਰ ਮਿਲੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ, ਉਹ ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇਸ ਦੇਹ ਨੂੰ, ਤਨ ਨੂੰ, ਬੋਡੀ ਨੂੰ, ਸਰੀਰ ਨੂੰ ਇੱਥੇ ਹੀ ਛੱਡ ਕੇ ਜਾਣਾ ਪੈਂਦਾ ਹੈ। ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਾਰੇ ਸਤਿਗੁਰਾਂ ਦੇ ਬਚਨ ਜਿੰਨੇ ਵੀ ਹਨ, ਕਿਉਂਕਿ ਗੁਰਸਿੱਖਾਂ ਦੇ ਕੋਲ, ਗੁਰੂ ਪਿਆਰਿਆਂ ਦੇ ਕੋਲ ਬਿਨਾਂ ਗੁਰਬਾਣੀ ਤੋਂ ਹੋਰ ਕੋਈ ਆਸਰਾ ਨਹੀਂ। ਸਾਨੂੰ ਤਾਂ ਹੁਕਮ ਹਨ, ਗੁਰੂ 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 ਜਪ ਪ੍ਰਾਨਿਓ ਹੋਂ। ਗੁਰੂ 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 ਜਪ ਪ੍ਰਾਨਿਓ ਹੋਂ। ਪ੍ਰਾਨੀ ਹੋਂ, ਅਸੀਂ ਪ੍ਰਾਣਾਂ ਵਾਲੇ ਹਾਂ, ਸਾਡੇ ਸਾਹ ਆਉਂਦੇ ਹਨ, ਪ੍ਰਾਣ ਚੱਲਦੇ ਹਨ, ਤਾਂ ਅਸੀਂ ਤੁਰੇ ਫਿਰਦੇ ਹਾਂ। ਤੇ ਗੁਰਬਾਣੀ ਸਾਨੂੰ ਸ਼ਬਦ ਜੋ ਹੈ ਵਾਹਿਗੁਰੂ ਜੀ ਦਾ, ਉਸ ਨਾਲ ਜੋੜ ਦਿੰਦੀ ਹੈ। ਸ਼ਬਦ ਹਰ ਹਰ ਜਪੈ, ਨਾਮ ਨਵ ਨਿਧ ਆਪੈ, ਰਸਨ ਅਹਨਿਸ ਰਸੈ, ਸਤ ਕਰ ਜਾਣਿਓ। ਰਸਨਾ ਰਾਤ ਦਿਨੇ ਜਪਦੀ ਰਵੇ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਤਾਂ ਜੀਵਨ ਜਿਹੜਾ ਹੈ ਸੁਪਨੇ ਵਰਗਾ। ਪਿਆਰਿਓ, ਸੁਪਨੇ ਸਦਾ ਨਹੀਂ ਰਹਿੰਦੇ। ਜਦੋਂ ਜਾਗ ਆਉਂਦੀ ਹੈ ਸੁਪਨੇ ਮੁੱਕ ਜਾਂਦੇ ਹਨ। ਕਈ ਵਾਰੀ ਸੁਪਨੇ ਦੀਆਂ ਗੱਲਾਂ ਯਾਦ ਰਹਿੰਦੀਆਂ ਹਨ, ਕਈ ਵਾਰੀ ਬਹੁਤ ਯਤਨ ਵੀ ਕਰੋ ਤੇ ਸੁਪਨਾ ਯਾਦ ਨਹੀਂ ਰਹਿੰਦਾ। ਇਸੇ ਤਰ੍ਹਾਂ ਆ ਦੁਨੀਆ ਜਿਹੜੀ ਸਾਨੂੰ ਮਿਲੀ ਹੈ, ਇਹ ਵੀ ਭੁੱਲ ਭੁਲਾ ਜਾਵੇਗੀ। ਕਿਸੇ ਜਨਮ ਵਿੱਚ ਮਾੜਾ ਜਿਹਾ ਕੋਈ ਲਿਸ਼ਕਾਰਾ ਪਵੇਗਾ ਵੀ। ਜਿਹੜੇ ਵੀ ਜਨਮ ਦੇ ਵਿੱਚ ਹੋਵਾਂਗੇ, ਬੜਾ ਢੂੰਡਾਂਗੇ, ਬੜਾ ਕੋਸ਼ਿਸ਼ ਕਰਾਂਗੇ ਯਾਦ ਕਰਨ ਦੀ, ਪਰ ਯਾਦ ਕੋਈ ਨਾ ਆਵੇਗਾ। ਜਿਵੇਂ ਸੁਪਨਾ ਯਾਦ ਨਹੀਂ ਆਉਂਦਾ। ਕਈ ਵਾਰੀ ਸੁਪਨਾ ਬੜਾ ਯਾਦ ਕਰੀਦਾ ਹੈ, ਪਰ ਨਹੀਂ ਆਉਂਦਾ, ਭੁੱਲ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਲੜ ਲਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਸਾਡੀ ਗੁਰੂ ਹੈ। ਸਾਨੂੰ ਚਾਨਣਾ ਦਿੰਦੀ ਹੈ, ਸੇਧ ਦਿੰਦੀ ਹੈ, ਇਸ ਮਨ ਨੂੰ ਸਮਝਾਉਂਦੀ ਹੈ। ਬੜਾ ਗਿਆਨ ਧਿਆਨ ਦਿੱਤਾ ਹੈ ਗੁਰਬਾਣੀ ਵਿੱਚ। ਉਹ ਗਿਆਨ ਧਿਆਨ ਸਾਰਾ ਮਨ ਨੂੰ ਸਮਝਾਉਣ ਵਾਸਤੇ ਹੈ। ਮਨ ਸਮਝਾਵਨ ਕਾਰਨੇ ਕਛੁਕ ਪੜ੍ਹੀਏ ਗਿਆਨ। ਦਾਸ ਥੋੜ੍ਹੀ ਜਿਹੀ ਕਥਾ ਅੱਜ ਆਪ ਸਾਧ ਸੰਗਤ ਨੂੰ ਸੁਣਾਉਣ ਲੱਗਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਪੜ੍ਹਨ ਵਾਲੇ ਬੜੇ ਬੜੇ ਗੁਰਮੁਖ ਪਿਆਰੇ, ਬੜੇ ਬੜੇ ਸੰਤ ਮਹਾਤਮਾ, ਸੰਤ ਜਨ, ਗੁਰਮੁਖ ਜਨ
ਬੜਾ ਸਮਾਂ ਪਹਿਲੇ ਹਰ ਇੱਕ ਨੇ ਆਪੋ ਆਪਣੀ ਬੁੱਧ ਅਨੁਸਾਰ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਟੀਕੇ ਲਿਖੇ ਹਨ। ਸਾਰਿਆਂ ਦੇ ਨਾਮ ਲਵਾਂ ਤਾਂ ਕਿੰਨਾ ਹੀ ਸਮਾਂ ਨਿਕਲ ਜਾਵੇਗਾ। ਨਾਂ ਲੈਂਦਿਆਂ ਕਿਹਨਾਂ ਨੇ ਗੁਰਬਾਣੀ ਦੇ ਟੀਕੇ ਲਿਖੇ ਹਨ। ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਦੀ ਰਚਨਾ ਕੋਈ ਵੀ ਹੈ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ, ਕਿਉਂਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਬੜਾ ਪ੍ਰਚਾਰ ਕਰਿਆ ਕਰਦੇ ਸਨ। ਉਸ ਸਮੇਂ ਅਧਿਕਾਰੀ ਸਨ, ਪ੍ਰਚਾਰਕ ਸਨ। ਅੱਜ ਵੀ ਕੀਰਤਨ ਦੇ ਵਿੱਚ ਹਰਿਮੰਦਰ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਦੇ ਵਿੱਚ ਰਾਗੀ ਸਿੰਘ ਅੱਜ ਵੀ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਦੀ ਜੋ ਰਚਨਾ ਹੈ ਉਹ ਪ੍ਰਵਾਨ ਹੈ ਗੁਰੂ ਘਰ ਵਿੱਚ। ਅੱਜ ਵੀ ਕੀਰਤਨ ਰਾਹੀਂ ਸ਼ਬਦ ਪੜ੍ਹੇ ਜਾਂਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੂਲ ਮੰਤਰ ਜੋ ਹੈ, ਐਵੇਂ ਨਹੀਂ ਕਹਿ ਦਿੱਤਾ ਭਾਈ ਗੁਰਦਾਸ ਜੀ ਦੀ ਬਾਣੀ ਜਿਹੜੀ ਹੈ, ਵਾਰਾਂ ਜਿਹੜੀਆਂ ਹਨ ਉਹ ਕੁੰਜੀ ਹੈ, ਕੀ ਹੈ, ਕਿਉਂ ਕਿਹਾ ਗਿਆ? ਮੂਲ ਮੰਤਰ ਦੇ ਵਿੱਚ ਜਿਵੇਂ ਅਸੀਂ ਪੜ੍ਹਦੇ ਹਾਂ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੂਲ ਮੰਤਰ ਪੜ੍ਹਦੇ ਹਾਂ। ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਵੀ ਫਰਮਾਉਂਦੇ ਹਨ, ਏਕਾ ਏਕੰਕਾਰ ਲਿਖ ਦਿਖਾਲਿਆ, ਊੜਾ ਓੰਕਾਰ ਪਾਸ ਬਹਾਲਿਆ। ਏਕਾ ਏਕੰਕਾਰ ਲਿਖ ਦਿਖਾਲਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੇ ਓੰਕਾਰ ਸੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਨਾਲ ਲਾ ਦਿੱਤਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹਨ। ਉਹਨਾਂ ਵਰਗਾ ਹੋਰ ਕੋਈ ਹੈ ਹੀ ਨਹੀਂ। ਉਹ ਇੱਕੋ ਹਸਤੀ ਹੈ ਜੋ ਸਾਰੇ ਸੰਸਾਰ ਨੂੰ ਪੈਦਾ ਕਰ ਰਹੀ ਹੈ, ਸਾਰੇ ਸੰਸਾਰ ਨੂੰ ਚਲਾ ਰਹੀ ਹੈ। ਸਾਰਾ ਸੰਸਾਰ ਉਹਨਾਂ ਦਾ ਸਾਜਿਆ ਹੋਇਆ ਹੈ। ਏਕਾ ਏਕੰਕਾਰ ਲਿਖ ਦਿਖਾਲਿਆ। ਭਾਈ ਸਾਹਿਬ ਦੀ ਰਚਨਾ ਅਨੁਸਾਰ ਊੜਾ ਓੰਕਾਰ ਪਾਸ ਬਹਾਲਿਆ ਨਾਲ, ਜਿਹਨੂੰ ਆਪਾਂ ਇੱਕ ਓੰਕਾਰ ਪੜ੍ਹਦੇ ਹਾਂ। ਊੜਾ ਓੰਕਾਰ ਪਾਸ ਬਹਾਲਿਆ, ਸਤਿਨਾਮ ਕਰਤਾਰ ਨਿਰਭਉ ਭਾਲਿਆ, ਨਿਰਵੈਰਹੁ ਜੈਕਾਰ ਆਜੂਨ ਅਕਾਲਿਆ। ਸੱਚ ਨੀਸਾਨ ਆਪਾਰ ਜੋ ਤੂੰ ਜਾਲਿਆ, ਪੰਜ ਅੱਖਰ ਉਪਕਾਰ ਨਾਮ ਸੰਭਾਲਿਆ। ਵਾਰ ਤੀਜੀ ਹੈ 16 ਵਿਆਖਿਆ, ਆਪ ਤੁਸੀਂ ਪੜ੍ਹਨਾ। ਇਹ ਗੁਰੂ ਘਰ ਵਿੱਚ ਪ੍ਰਵਾਨ ਹੈ। ਗੁਰੂ ਘਰ ਵਿੱਚ ਗੁਰਮੁਖ ਪਿਆਰੇ ਗੁਰੂ ਦਾ ਕੀਰਤਨ ਕਰਨ ਵਾਲੇ ਪੜ੍ਹਦੇ ਹਨ। ਬੜੇ ਟੀਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸੰਤਾਂ ਨੇ, ਭਗਤਾਂ ਨੇ, ਗੁਰਮੁਖਾਂ ਨੇ, ਗਿਆਨੀਆਂ ਨੇ ਸਮੇਂ ਅਨੁਸਾਰ ਕੀਤੇ ਹਨ। ਜਨਮ ਸਾਖੀ ਭਾਈ ਭਾਲਾ ਜੀ ਵਾਲੀ, ਹੋਰ ਜਨਮ ਸਾਖੀਆਂ ਬਹੁਤ ਹਨ, ਮਿਹਰਬਾਨ ਜੀ ਵਾਲੀ, ਹੋਰ ਬੜੀਆਂ ਜਨਮ ਸਾਖੀਆਂ ਹਨ। ਸਾਰਿਆਂ ਦਾ ਨਾਂ ਲਵਾਂ ਤੇ ਕਾਫੀ ਸਮਾਂ ਨਾਵਾਂ ਵਿੱਚ ਹੀ ਨਿਕਲ ਜਾਂਦਾ ਹੈ। ਪੁਰਾਤਨ ਜਨਮ ਸਾਖੀ ਜਿਹੜੀ ਹੈ, ਜਿਹਦੇ ਵਿੱਚ ਪੱਟੀ ਹੈ, ਪਾਂਧੇ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ ਜਦੋਂ ਕੀਤੇ ਹਨ ਗੁਰਮੁਖਾਂ ਨੇ, ਜਨਮ ਸਾਖੀ ਜਿਹੜੀ ਪੁਰਾਤਨ ਹੈ ਉਹ ਮੁੱਢ ਹੈ, ਪਰਮਾਰਥ ਦਾ ਸ਼ੁਰੂਆਤ ਹੈ। ਜਿਹੜੇ ਸਿਆਣੇ ਹਨ ਉਹ ਇਗਨੋਰ ਨਹੀਂ ਕਰਦੇ, ਕਿਉਂਕਿ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਆ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ
ਲੋਕ ਪਰਲੋਕ ਵਾਸਤੇ ਹੈ, ਪਰਮਾਰਥ ਦਾ ਰਾਹ ਦੱਸਦੀ ਹੈ, ਜੋੜਦੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ। ਜਿਨ੍ਹਾਂ ਜਿਨ੍ਹਾਂ ਨੇ ਵੀ ਟੀਕੇ ਕੀਤੇ ਹਨ, ਆਪੋ ਆਪਣੀ ਬੁੱਧ ਅਨੁਸਾਰ ਜੋ ਮਾਲਕ ਦੀ ਦਿੱਤੀ ਹੋਈ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਤਿਵੇਂ ਪੁਰਾਤਨ ਸਮੇਂ ਵਿੱਚ ਆ ਜਿਹੜੇ ਬਚਨ ਕੀਤੇ ਹਨ, ਊੜਾ ਓਅੰਕਾਰ ਨਾਲ ਬਹਾਲਿਆ ਪੜ੍ਹਿਆ ਕਰਦੇ ਸਨ। ਅੱਜ ਵੀ ਜਿਨ੍ਹਾਂ ਨੂੰ ਪਿਆਰ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਨਾਲ, ਅੱਜ ਵੀ ਜਦੋਂ ਸ਼ਬਦ ਉਹਨਾਂ ਦੇ ਸਾਹਮਣੇ ਆ ਜਾਂਦੇ ਹਨ, ਉਹ ਢੂੰਡਦੇ ਹਨ, ਢੂੰਡ ਕੇ ਪ੍ਰਾਪਤ ਕਰ ਲੈਂਦੇ ਹਨ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਜਨਮ ਸਾਖੀ ਦਾ ਦਾਸ ਨੇ ਤਾਂ ਜ਼ਿਕਰ ਕੀਤਾ ਹੈ, ਜਨਮ ਸਾਖੀ ਦੇ ਸ਼ਬਦ ਵੀ ਪਰਮਾਰਥ ਨਾਲ ਜੋੜਦੇ ਹਨ। ਜਿਨ੍ਹਾਂ ਜਿਨ੍ਹਾਂ ਨੇ ਵੀ ਅਰਥ ਕੀਤੇ ਹਨ, ਉਹਨਾਂ ਨੇ ਪ੍ਰਵਾਨ ਕੀਤਾ ਹੈ ਇਹਨਾਂ ਸ਼ਬਦਾਂ ਨੂੰ। ਜਦੋਂ ਪਾਂਧੇ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਾਂਧੇ ਨੇ ਆਪਣੀ ਪੜ੍ਹਾਈ ਪੜ੍ਹਾਉਣੀ ਚਾਹੀ, ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਸਾਰ ਨੂੰ ਬੇਅਰਥ ਦੱਸਿਆ। ਪਾਂਧੇ ਨੂੰ ਕਹਿਣ ਲੱਗੇ, ਕੁਝ ਸ਼ਬਦ ਇਸ ਤਰ੍ਹਾਂ ਹਨ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ। ਆ ਜਿਹੜਾ ਮੋਹ ਹੈ, ਇਹ ਪਾਂਧਾ ਜੀ ਇਹਨੂੰ ਜਾਲ ਕੇ ਤੇ ਇਹਦੀ ਸਿਆਹੀ ਬਣਾਈਏ। ਜਾਲ ਮੋਹ ਕਸ ਮਸ ਕਰ, ਮਸ ਸਿਆਹੀ ਨੂੰ ਫਰਮਾਉਂਦੇ ਹਨ। ਮਤ ਕਾਗਦ ਕਰ ਸਾਰ, ਜਿਹੜੀ ਸਾਡੀ ਮਤ ਹੈ ਉਹਦਾ ਕਾਗਦ ਬਣਾਈਏ। ਤੇ ਵਾਹਿਗੁਰੂ ਦਾ ਭੈ ਜਿਹੜਾ ਹੈ, ਡਰ ਜਿਹੜਾ ਹੈ, ਪ੍ਰੇਮ ਜਿਹੜਾ ਹੈ, ਭਾਉ ਕਲਮ ਕਰ ਚਿੱਤ ਲਿਖਾਰੀ, ਚਿੱਤ ਜਿਹੜਾ ਹੈ ਉਹ ਲਿਖਾਰੀ ਹੋਵੇ। ਲਿਖਣ ਵਾਲਾ ਗੁਰ ਪੁੱਛ ਲਿਖ ਵਿਚਾਰ। ਗੁਰੂ ਮਹਾਰਾਜ ਜੀ ਕੋਲੋਂ, ਸਤ ਕਰਤਾਰ ਜੀ ਕੋਲੋਂ ਪੁੱਛ ਕੇ ਲਿਖਣਾ ਕਰੀਏ, ਨਾਮ ਲਿਖਣਾ ਕਰੀਏ ਉਸ ਵਾਹਿਗੁਰੂ ਜੀ ਦਾ। ਪਾਂਧਾ ਜੀ ਨਾਮ ਲਿਖੀਏ, ਲਿਖ ਨਾਮ ਸਾਲਾ, ਉਸਤਤ ਲਿਖੀਏ, ਵਡਿਆਈ ਲਿਖੀਏ, ਸਤਨਾਮ ਸ੍ਰੀ ਵਾਹਿਗੁਰੂ ਲਿਖੀਏ। ਲਿਖ ਅੰਤ ਨਾ ਪਾਰਾਵਾਰ, ਕਿਉਂਕਿ ਨਾਮ ਦਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਪਾਂਧੇ ਨੂੰ ਕਹਿਣ ਲੱਗੇ, ਬਾਬਾ ਇਹੋ ਲੇਖਾ ਲਿਖ ਜਾਣ। ਲਿਖਣਾ ਹੈ ਤੇ ਆ ਲੇਖਾ ਲਿਖੋ, ਜਿੱਥੇ ਲੇਖੇ ਮੰਗੇ ਜਾਣੇ ਹਨ। ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਜਿੱਥੇ ਲੇਖੇ ਮੰਗੇ ਜਾਣਗੇ ਬਿਨਾਂ ਨਾਮ ਤੋਂ, ਉੱਥੇ ਕਿਸੇ ਨੇ ਪੁੱਛਣਾ। ਧੰਨ ਗੁਰੂ ਨਾਨਕ ਸਾਹਿਬ ਇੱਥੋਂ ਜਨਮ ਸਾਖੀ ਦਾ ਲਿਖਿਆ ਹੈ। ਤਬ ਗੁਰੂ ਨਾਨਕ ਕਹਿਆ, ਸੁਣੋ ਸੁਆਮੀ ਇਹ ਜੋ ਸੰਸਾਰ ਕਾ ਪੜ੍ਹਨਾ ਹੈ। ਪਾਂਧੇ ਨੂੰ ਕਹਿਣ ਲੱਗੇ, ਇਹ ਜਿਹੜਾ ਸੰਸਾਰ ਦਾ ਪੜ੍ਹਨਾ ਹੈ ਨਾ, ਇਹ ਕਿਸੇ ਕੰਮ ਨਾ ਆਵੇਗਾ। ਇਹ ਦੁਨੀਆ ਵਿੱਚ ਹੀ ਕੰਮ ਆ ਸਕਦਾ ਹੈ। ਇਹ ਸੰਸਾਰ ਦਾ ਪੜ੍ਹਨਾ ਐਸਾ ਹੈ, ਮਸ ਦੀਵੇ ਕੀ और कागद सण का और कलम काने की, ते मन लिखण हारा और लिखिया सो क्या लिखिया। कहते ने धन गुरु नानक साहब लिखिया ते की लिखिया। दीवे दी स्याही लै लई, सण दा ਜ਼ਿਮੀਂਦਾਰ ਸਣ ਬੀਜਦੇ ਹਨ। ਪਹਿਲੇ ਸਣ ਦਾ ਪੇਪਰ ਕਾਗਜ਼ ਬਣਦਾ ਹੁੰਦਾ ਸੀ। ਕਾਨੇ ਦੀ ਕਲਮ ਹੁੰਦੀ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਪਾਂਧੇ ਨੂੰ ਕਹਿਣ ਲੱਗੇ, ਅਰ ਮਨ ਲਿਖਣ ਹਾਰ ਹੈ, ਅਰ ਲਿਖਿਆ ਸੋ ਕਿਆ ਲਿਖਿਆ। ਇਹ ਜਿੰਨਾ ਵੀ ਲਿਖਿਆ ਹੈ ਦੀਵੇ ਦੀ ਸਿਆਹੀ ਨਾਲ, ਸਣ ਦੇ ਕਾਗਜ਼ ਨਾਲ, ਕਾਨੇ ਦੀ ਕਲਮ ਦੇ ਨਾਲ, ਇਹ ਲਿਖਿਆ ਤਾਂ ਕੀ ਲਿਖਿਆ।
ਇਹ ਤਾਂ ਮਾਇਆ ਦਾ ਜੰਜਾਲ ਹੀ ਲਿਖਿਆ ਹੈ। ਜਿੰਨਾ ਵੀ ਪੈਨ ਕਾਗਜ਼ ਤੇ ਲਿਖਿਆ ਹੈ, ਪੈਨ ਨਾਲ, ਅੱਜ ਕੱਲ੍ਹ ਪੈਨ ਕਹੀਦਾ, ਉਦੋਂ ਕਾਨੇ ਦੀ ਕਲਮ ਫਰਮਾ ਰਹੇ ਹਨ। ਜਨਮ ਸਾਖੀ ਜਿਹੜੀ ਪੁਰਾਤਨ ਹੈ, ਇਹ ਜਿੰਨਾ ਵੀ ਲੇਖਾ ਲਿਖਿਆ ਜਾਂਦਾ ਹੈ, ਇਹ ਤਾਂ ਮਾਇਆ ਦਾ ਜੰਜਾਲ ਲਿਖਿਆ ਜਾਂਦਾ ਹੈ। ਲੈਣਾ ਦੇਣਾ, ਕਰਨਾ ਕਰਾਉਣਾ, ਇਹ ਸਾਰਾ ਇੱਕ ਮਾਇਆ ਦਾ ਜੰਜਾਲ ਹੈ। ਜਿਤ ਲਿਖੈ ਸਭ ਵਿਕਾਰ ਹੋਏ, ਜਿਤ ਲਿਖੈ ਸਭ ਵਿਕਾਰ ਹੋਏ। ਪਾਂਧਾ ਜੀ, ਇਹ ਲਿਖਿਆਂ ਤੇ ਸਭ ਵਿਕਾਰ ਹੀ ਵਿਕਾਰ ਪੈਦਾ ਹੁੰਦੇ ਹਨ। ਲੈਣੇ ਹਨ, ਦੇਣੇ ਹਨ, ਰਹਿ ਗਏ, ਲੈ ਲਏ, ਬਸ ਵਿਕਾਰ ਹੀ ਵਿਕਾਰ ਹੈ। ਮੈਂ ਜੋ ਲਿਖਣਾ ਹੈ ਉਹ ਸੱਚ ਹੈ, ਉਹ ਜੋ ਲਿਖਣਾ ਹੈ ਸੱਚ ਕਾ ਹੈ। ਅਸੀਂ ਜੋ ਚਾਹੁੰਦੇ ਹਾਂ ਉਹ ਸੱਚ ਕਾ ਲਿਖਣਾ ਚਾਹੁੰਦੇ ਹਾਂ। ਆ ਦੁਨੀਆ ਦਾ ਲਿਖਣਾ ਜਿਹੜਾ ਹੈ, ਇਹ ਮਾਇਆ ਦੇ ਜੰਜਾਲ ਵਿੱਚ ਬੰਨ੍ਹ ਦਿੰਦਾ ਹੈ। ਜੋ ਮਾਇਆ ਕਾ ਮੋਹ ਜਾਲ ਕਰ ਮਸ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਪਾਂਧੇ ਨੂੰ ਕਹਿਣ ਲੱਗੇ, ਆ ਮਾਇਆ ਦਾ ਮੋਹ ਜਿਹੜਾ ਹੈ ਨਾ, ਇਹਨੂੰ ਜਾਲ ਕੇ ਇਹਦੀ ਮਸ ਕਰੀਏ। ਮਸ ਮੀਨ ਸਿਆਹੀ। ਔਰ ਵਾਹਿਗੁਰੂ ਦਾ ਨਾਮ ਜਪਣਾ ਤਪੱਸਿਆ ਕਰੀਏ। ਤਪੱਸਿਆ ਦਾ ਕਾਗਜ਼ ਹੋਵੇ, ਬੰਦਗੀ ਹੋਵੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ। ਔਰ ਜੋ ਕਿਛ ਇੱਛਿਆ ਅੰਤਰ ਕਿਛ ਭਾਵ ਹੈ, ਤਿਸ ਕੀ ਕਲਮ ਕਰੀਏ। ਜਿਹੜੀ ਕੋਈ ਮਨ ਵਿੱਚ ਇੱਛਿਆ ਹੈ, ਅੰਤਰ ਭਾਵ ਪ੍ਰੇਮ ਹੈ, ਸ਼ਰਧਾ ਹੈ, ਉਹਦੀ ਕਲਮ ਬਣਾਈਏ। ਤਾਈਓ ਕਹੀਦਾ ਸ਼ਰਧਾ ਨਾਲ ਪਾਠ ਕਰੋ, ਸ਼ਰਧਾ ਨਾਲ ਸੇਵਾ ਕਰੋ, ਸ਼ਰਧਾ ਨਾਲ ਗੁਰਬਾਣੀ ਪੜ੍ਹੋ। ਉਹ ਕਲਮ ਹੋਵੇ ਸ਼ਰਧਾ ਵਾਲੀ, ਸ਼ਰਧਾ ਨਾਲ ਭੱਜ ਭੱਜ ਕੇ ਅੱਜ ਵੀ ਸੇਵਾ ਕਰੀਏ ਤੇ ਉਹ ਲਿਖਣਾ ਹੁੰਦਾ ਹੈ। ਤੇ ਚਿੱਤ ਲਿਖਣ ਵਾਲਾ ਹੋਵੇ, ਮਨ ਤੇ ਭਰੋਸਾ ਨਾ ਕਰੋ। ਧੰਨ ਗੁਰੂ ਨਾਨਕ ਸਾਹਿਬ ਜੀ ਪਾਂਧੇ ਨੂੰ ਕਹਿਣ ਲੱਗੇ, ਚਿੱਤ ਲਿਖਣ ਵਾਲਾ ਹੋਵੇ। ਅੱਜ ਵੀ ਕਹੀਦਾ ਹੈ, ਸੇਵਾ ਕਰੋ ਪਰ ਚਿੱਤ ਲਾ ਕੇ। ਤੇਰੇ ਜਨ ਤੇ ਆਵੇਂ ਇੱਕ ਮਨ ਇੱਕ ਚਿੱਤ। ਮਨ ਦਾ ਕੀ ਲਿਖਣਾ ਹੈ, ਮਨ ਤੇ ਬਦਲ ਜਾਂਦਾ ਹੈ। ਚਿੱਤ ਲਿਖਣ ਹਾਰ ਕਰੋ। ਪਾਂਧਾ, ਚਿੱਤ ਜਿਹੜਾ ਹੈ ਇਹ ਲਿਖਣ ਹਾਰ ਕਰੋ, ਇਹਨੂੰ ਲਿਖਣ ਵਾਲਾ ਬਣਾਓ। ਔਰ ਲਿਖੀਏ ਸੋ ਕਿਆ ਲਿਖੀਏ, ਪਰਮੇਸ਼ਰ का नाम लिखिए, वाहिगुरु दा परमेश्वर का नाम लिखिए। पुरातन जन्म साखी सलाह लिखिए। जिवें गुरबाणी विच अज भी पढ़ते हाँ, तो सच्चा साहिब सिफत सवाले हो, जिन कीती सो पार पिया। वाहिगुरु दी सिफत सलाह लिखिए। उस सिफत सलाह लिखण नाल सारे विकार मिट जाते हैं, क्योंकि वाहिगुरु दी सिफत सलाह ऐसी है। काम क्रोध लोभ मोह हंकार जिन्ने भी बंदे दे विच विकार हन, भैड़े माड़े कर्म हन, सब मिट जाते हैं। बेअंत दी शोभा लिखे वाहिगुरु जी दी। पांधा जी तां तन सुखी हुंदा है। पढ़ाउण वाले पांधे नूं आखण लगे, ते जिहदी शोभा करनी है तिसका अंत पारावार कुछ पाया नहीं जाता। उन्हां दा ऐ पंडित पांधा पारावार नहीं पाया जा सकता उस परमेश्वर दा, वाहिगुरु जी दा, अकाल पुरख जी दा। ये लेखा जे तू पढ़िया है पंडित, तां मैनू पढ़ा। जिहदे नाल सारे विकार मिट जाण, दुनिया ते आया सफला हो जावे। जे यो लेखा पढ़िया है तां पढ़। ये लेखा जे तू पंडित पढ़िया है तां पढ़, और मैनू भी पढ़ा, नहीं ते ना पढ़ा। सुन हो पंडित, जहां एहो तेरा जियो जावेगा, तहां तेरे हाथ एहो पढ़ना निशान होवेगा। जिथे तेरा जी जावेगा, इस देह नूं छड्ड के, शरीर नूं छड्ड के, उथे ए जो लेखा
ਅਸੀਂ ਤੈਨੂੰ ਲਿਖਣ ਵਾਸਤੇ ਦੱਸਿਆ ਹੈ, ਇਹ ਤੇਰੇ ਕੋਲ ਨਿਸ਼ਾਨ ਹੋਵੇਗਾ, ਤੈਨੂੰ ਬਚਾਵੇਗਾ। ਤੇਰੇ ਨੇੜੇ ਜਮ ਕਾਲ ਨਹੀਂ ਆਵੇਗਾ, ਜਮ ਤੇਰੇ ਤੋਂ ਦੂਰ ਰਹੇਗਾ। ਐ ਪੰਡਿਤ ਮੈਨੂੰ ਪੜਾਉਣ ਵਾਲਿਓ, ਜਿਹਦੇ ਕੋਲ ਮਹਿਤਾ ਜੀ ਛੱਡ ਕੇ ਆਏ ਸਨ, ਪੁਰਾਤਨ ਜਨਮ ਸਾਖੀ ਵੀ ਪਰਮਾਰਥ ਦਾ ਮੁੱਢ ਬੰਨ੍ਹ ਦਿੰਦੀ ਹੈ। ਅੱਗੋਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਜੋੜਦੀ ਜਾਂਦੀ ਹੈ ਪਰਮਾਰਥ ਨਾਲ, ਵਾਹਿਗੁਰੂ ਦੇ ਘਰ ਨਾਲ। ਉਸ ਪੰਡਿਤ ਨੂੰ ਆਖਿਆ, ਜੇ ਇਹ ਲੇਖਾ ਤੈਨੂੰ ਪੜ੍ਹਨਾ ਆਉਂਦਾ ਹੈ ਤਾਂ ਤੂੰ ਆਪ ਵੀ ਪੜ੍ਹ, ਸਾਨੂੰ ਵੀ ਪੜ੍ਹਾ। ਜਿੱਥੇ ਜਾਵੇਂਗਾ ਜਮ ਕਾਲ ਤੇਰੇ ਨੇੜੇ ਨਹੀਂ ਆਵੇਗਾ। ਐ ਪੰਡਿਤ ਐ ਪਾਂਦੇ, ਇੱਕ ਆਵਹਿ ਇੱਕ ਜਾਹੇ ਉਠ, ਇੱਕ ਆ ਰਹੇ ਹਨ, ਦੁਨੀਆ ਤੇ ਜਨਮ ਲੈ ਰਹੇ ਹਨ। ਇੱਕ ਜਾਹੇ ਉਠ, ਇੱਕ ਉੱਠ ਕੇ ਜਾ ਰਹੇ ਹਨ, ਖਤਮ ਹੋ ਰਹੇ ਹਨ, ਦੁਨੀਆ ਛੱਡ ਰਹੇ ਹਨ। ਰੱਖੀ ਇਹ ਨਾਵ ਸਾਲਾਰ, ਵੱਡੇ ਵੱਡੇ ਨਾਂ ਰੱਖੇ ਹੋਏ ਹਨ ਦੁਨੀਆ ਤੇ ਜੀਵਾਂ ਦੇ, ਲੋਕਾਂ ਦੇ। ਕਈ ਮੰਗਤੇ ਹਨ, ਮੰਗ ਮੰਗ ਕੇ ਹਾਰ ਰਹੇ ਹਨ। ਇੱਕੋ ਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ। ਕਈਆਂ ਦੇ ਵੱਡੇ ਵੱਡੇ ਦਰਬਾਰ ਹਨ, ਕਈ ਉਹਨਾਂ ਦੇ ਦਰਬਾਰ ਅੱਗੇ ਆ ਕੇ ਮੰਗ ਰਹੇ ਹਨ। ਪਰ ਇਹਨਾਂ ਸਾਰਿਆਂ ਦੇ ਕੋਲ ਜੇ ਨਾਮ ਨਹੀਂ ਉਸ ਵਾਹਿਗੁਰੂ ਜੀ ਦਾ, ਸਤਨਾਮ ਜੀ ਦਾ, ਪਰਮੇਸ਼ਰ ਜੀ ਦਾ, ਅੱਗੇ ਗਿਆ ਜਾਣੀਏ। ਅੱਗੇ ਜਦੋਂ ਜਾਣਗੇ ਉਦੋਂ ਪਤਾ ਲੱਗੇਗਾ। ਵਿਣ ਨਾਵੇ ਬੇਕਾਰ, ਬਿਨਾਂ ਨਾਮ ਤੋਂ ਸਾਰੇ ਬੇਕਾਰ ਹੋ ਜਾਣਗੇ, ਕਿਸੇ ਕੰਮ ਨਾ ਆਣਗੇ, ਖਾਲੀ ਹੋਣਗੇ ਉਸ ਵੇਲੇ। ਇਹ ਪੜ੍ਹਾਈ ਹੈ ਤਾਂ ਸਾਨੂੰ ਪੜ੍ਹਾ। ਤਬ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਹਾ, ਸੁਣ ਹੋ ਪੰਡਿਤ, ਪੰਡਿਤ ਸੁਣੋ। ਇੱਕ ਆਉਂਦੇ ਨੇ, ਇੱਕ ਜਾਂਦੇ ਨੇ, ਇੱਕ ਸ਼ਾਹ ਹਨ, ਇੱਕ ਪਾਤਸ਼ਾਹ ਹਨ। ਇੱਕ ਉਹਨਾਂ ਦੇ ਅੱਗੇ ਭਿੱਖਿਆ ਮੰਗ ਰਹੇ ਹਨ, ਮੰਗ ਮੰਗ ਕੇ ਖਾਂਦੇ ਹਨ। ਪਰ ਇਹ ਪੰਡਿਤ ਜਦੋਂ ਉਹ ਉੱਥੇ ਜਾਣਗੇ, ਇੱਥੇ ਜਿਹੜੇ ਸੁੱਖ ਭੋਗਦੇ ਹਨ, ਪਰਮੇਸ਼ਰ ਨੂੰ ਨਹੀਂ ਸਿਮਰਦੇ, ਵਾਹਿਗੁਰੂ ਜੀ ਨੂੰ ਨਹੀਂ ਯਾਦ ਕਰਦੇ, ਉਹਨਾਂ ਨੂੰ ਐਸੀ ਸਜ਼ਾएं ਮਿਲੇਂਗੀ, ਇਹੋ ਜਿਹੀਆਂ ਸਜ਼ਾਵਾਂ ਮਿਲਣਗੀਆਂ ਜੈਸੇ ਕੱਪੜੇ ਕੋ ਧੋਬੀ ਧੋਂਦਾ ਹੈ, ਧੋਬੀ ਦੇਤਾ ਹੈ, ਤਿਲਾਂ ਕੋ ਤੇਲ ਦੇਤਾ ਹੈ। ਜਿਵੇਂ ਧੋਬੀ ਕੱਪੜਿਆਂ ਨੂੰ ਪਟਕਾ ਪਟਕਾ ਮਾਰਦਾ ਹੈ, ਸਜ਼ਾ ਦਿੰਦਾ ਹੈ, ਸਜ਼ਾ ਦਿੰਦਾ ਹੈ। ਕੋਲੂ ਤਿਲਾਂ ਨੂੰ ਪੀੜ ਕੇ ਤੇਲ ਕੱਢ ਲੈਂਦਾ ਹੈ, ਨਾਮ ਨਾ ਜਪਣ ਕਰਕੇ। ਐ ਪਾਂਦੇ, ਐ ਪੰਡਿਤ, ਇੰਜ ਪੀੜ ਦਿੱਤਾ ਜਾਵੇਗਾ। ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ, ਲੇਖਾ ਲੀਜੈ ਤਿਲ ਜੋਂ ਪੀੜੀ। ਲਿਖੇ ਤਾਂ ਹੋਣੇ ਹੀ ਹੋਣੇ ਨੇ। ਧਰਮਰਾਜ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਪੁਰਾਤਨ ਜਨਮ ਸਾਖੀ ਵਿੱਚ, ਕਿਉਂਕਿ ਪੁਰਾਤਨ ਜਨਮ ਸਾਖੀ ਨੂੰ ਮੰਨਿਆ ਹੈ ਜਿਨ੍ਹਾਂ ਨੇ ਵੀ ਗੁਰਬਾਣੀ ਦੇ ਟੀਕੇ ਕੀਤੇ ਹਨ, ਅਰਥ ਕੀਤੇ ਹਨ, ਸ਼ੁਰੂਆਤ ਕੀਤੀ ਹੈ ਇਹਨਾਂ ਸ਼ਬਦਾਂ ਤੋਂ। ਐਸੀ ਸਜ਼ਾ ਪਾਉਣਗੇ ਲੋਕ ਪਰਮੇਸ਼ਰ ਨੂੰ ਭੁੱਲਣ ਵਾਲੇ, ਇੱਥੇ ਵੀ ਰੋਗੀ ਰਹਿਣਗੇ। ਅੱਜ ਵੀ ਪੜ੍ਹਦੇ ਹਾਂ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਨਰਕ ਕੁੰਡ ਵਿੱਚ ਜਾ ਪੈਣਗੇ, ਔਰ ਨਰਕ ਕੁੰਡ में ਮਿਲेंगे। ਨਰਕ ਕੂਪ ਮੈਂ ਗੋਤੇ ਖਾਵੇ, ਜੋ ਜਲ ਤੇ ਬਾਹਰ ਮੀਨਾ ਹੈ। ਅੱਜ ਵੀ ਪੜੋ। ਤੇ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਹਨ, ਵਾਹਿਗੁਰੂ ਵਾਹਿਗੁਰੂ ਜਪਦੇ ਹਨ, ਸਤਨਾਮ ਸ੍ਰੀ ਵਾਹਿਗੁਰੂ, ਭਾਵੇਂ ਭਾਈ ਲਾਲੋ ਵਾਂਗੂ ਰੁੱਖੀ ਸੁੱਖੀ ਖਾ ਕੇ ਰੁੱਖੇ ਸੁੱਖੇ ਟੁਕੜੇ ਵੀ ਖਾਂਦੇ ਹਨ, ਤਾਂ ਵੀ ਦਰਗਾਹ ਦੇ ਵਿੱਚ ਵਡਿਆਈਆਂ ਮਿਲਦੀਆਂ ਹਨ। ਇਹ ਸਿੱਖਿਆ ਸਾਰੀ ਪੁਰਾਤਨ ਜਨਮ ਸਾਖੀ ਵਿੱਚ ਆ ਜਾਂਦੀ ਹੈ। ਦਰਗਾਹ ਵਿੱਚ ਉਹਨਾਂ ਨੂੰ ਵਡਿਆਈ ਮਿਲੇਗੀ। ਭੈ ਤੇਰੇ ਡਰ ਅਗਲਾ ਖੱਪ ਖੱਪ ਛਿਜੈ ਦੇ,
ਨਾਬ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਉਦਾਸ ਨਾ ਹੋਣਾ। ਜਨਮ ਸਾਖੀ, ਪੁਰਾਤਨ ਜਨਮ ਸਾਖੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਜਦੋਂ ਉੱਠ ਕੇ ਜਾਣਾ ਸਾਰੇ ਨਿਉ ਟੁੱਟ ਜਾਣੇ ਨੇ। ਸਾਰੇ ਜਿੰਨੇ ਵੀ ਪਿਆਰ ਹਨ, ਨਿਉ ਹਨ, ਸਭ ਇਹ ਕੂੜੇ ਹਨ, ਝੂਠੇ ਹਨ। ਜਿਵੇਂ ਦਾਸਰਾ ਹਮੇਸ਼ਾ ਬੇਨਤੀ ਕਰਦਾ ਹੈ, ਇਹ 4 ਕੁ ਦਿਨਾਂ ਦੇ ਹਨ, 100 ਕੁ ਸਾਲ ਦੇ ਵਿੱਚ ਵਿੱਚ ਇਹ ਸਾਰਾ ਕੰਮ ਖਤਮ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਨੂੰ, ਪਾਂਧੇ ਨੂੰ ਕਿਹਾ, ਉਸ ਸਾਹਿਬ ਕਾ ਐਸਾ ਡਰ ਹੈ ਜੋ ਮੇਰੀ ਦੇਹ ਭੈ ਮਾਨ ਹੋਏ ਗਈ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਅਕਾਲ ਪੁਰਖ ਜੀ ਦਾ ਡਰ ਸਾਡੇ ਮਨ ਵਿੱਚ ਵਸਿਆ ਹੋਇਆ ਹੈ। ਇੱਥੇ ਸੁਲਤਾਨ ਖਾਨ ਜਿਹੜੇ ਕਹਾਉਂਦੇ ਹਨ, ਉਹ ਵੀ ਖਾਕ ਹੋ ਗਏ, ਮਿੱਟੀ ਹੋ ਗਏ। ਜਿਨ੍ਹਾਂ ਕਾ ਅਮਰ ਮੰਨੀਦਾ ਸੀ, ਜਿਨ੍ਹਾਂ ਦਾ ਹੁਕਮ ਮੰਨਿਆ ਜਾਂਦਾ ਸੀ ਦੁਨੀਆ ਵਿੱਚ, ਦੁਨੀਆ ਦੇ ਲੋਕ, ਪ੍ਰਿਥਵੀ ਦੇ ਲੋਕ ਡਰਦੇ ਸੀ, ਭੈ ਭੀਤ ਹੋ ਜਾਂਦੇ ਸੀ ਉਹਨਾਂ ਦਾ ਆਵਾਜ਼ਾਂ ਸੁਣ ਕੇ। ਉਹ ਵੀ ਉੱਠ ਕੇ ਚਲੇ ਗਏ। ਐ ਪੰਡਤ, ਮੈਂ ਕੂੜਾ ਸਨਿਓ ਕਿਹਦੇ ਨਾਲ ਕਰਾਂ? ਇਹ ਪੜ੍ਹਾਈ ਮੈਂ ਕਿਉਂ ਪੜ੍ਹਾਂ? ਕਿਉਂਕਿ ਹਮ ਵੀ ਉੱਠ ਜਾਏਂਗੇ। ਪੁਰਾਤਨ ਜਨਮ ਸਾਖੀ, ਅਸੀਂ ਵੀ ਚਲੇ ਜਾਵਾਂਗੇ, ਉੱਠ ਜਾਵਾਂਗੇ। ਜਿਹੜਾ ਵੀ ਆਇਆ ਹੈ, ਜਿਹੜਾ ਵੀ ਆ ਕੇ ਇਸ ਦੁਨੀਆ ਵਿੱਚ ਬੈਠਾ ਹੈ, ਉਹਨੂੰ ਉੱਠ ਕੇ ਜਾਣਾ ਹੀ ਪੈਂਦਾ ਹੈ। ਹਮ ਵੀ ਉੱਠ ਜਾएंगे, खाक दर खाक हो जाएंगे, हम तिसकी बंदगी करेंगे। धन गुरु नानक साहब जी कहने लगे, ये दुनिया की पढ़ाई दुनिया के बंधना विच पाउंदी है, असी नहीं पढ़ते। असी जे पढ़नी है तां जिहड़ी पढ़ाई तैनूं असी दसी है, उस अकाल पुरख वाहिगुरू जी दी, परमेश्वर जी दी, असां ते ओह पढ़नी है। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਕੇ ਮਹਿਤਾ ਕਾਲੂ ਜੀ ਨੂੰ ਇਹ ਸਾਰੀ ਵਿਥਿਆ ਦੱਸੀ ਸੀ। ਪੰਡਤ ਨੇ, ਪਾਂਧੇ ਨੇ, ਮੈਂ ਨਹੀਂ ਪੜ੍ਹਾ ਸਕਦਾ ਇਹਨਾਂ ਨੂੰ। ਸਨ 2020 ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਪੁਰਬ ਆ ਰਿਹਾ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਪਿਆਰਿਓ, ਜੋ ਸਤਿਗੁਰੂ ਹੁਕਮ ਕਰਦੇ ਹਨ, ਗੁਰਬਾਣੀ ਪੜ੍ਹੋ, ਗੁਰੂ ਗੁਰੂ ਜਪੋ, ਗੁਰੂ 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 ਜਪ ਪ੍ਰਾਨੀਓ ਹੋ, ਜਿਨ੍ਹਾਂ ਦੇ ਪ੍ਰਾਣ ਚੱਲ ਰਹੇ ਹਨ, ਗੁਰੂ ਗੁਰੂ ਜਪੋ। 24,000 ਸਵਾਸ ਰੋਜ਼ ਦਾ ਆ ਰਿਹਾ ਹੈ। 24 ਅਸ਼ਟਪਦੀਆਂ ਹਨ ਸੁਖਮਨੀ ਸਾਹਿਬ ਜੀ ਦੀਆਂ। ਤਾਈਓ ਜਿਨ੍ਹਾਂ ਨੂੰ ਸੋਝੀ ਹੈ, ਪੂਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ਾਮ ਤੱਕ ਪੂਰਾ ਕਰ ਲੈਂਦੇ ਹਨ। ਸਾਡੇ 24,000 ਸਵਾਸ ਜਿਹੜੇ ਹਨ ਉਹ ਸਫਲ ਹੋ ਜਾਣ। ਅਸ਼ਟਪਦੀਆਂ ਵੀ 24 ਹਨ, ਰੋਜ਼ ਸਵਾਸ ਵੀ 24,000 ਆ ਰਹੇ ਹਨ। ਰਸਨਾ ਦੇ ਨਾਲ ਸ਼ਬਦ ਹਰ ਹਰ ਜਪੈ, ਨਾਮ ਨਾਮ ਨਿਧ ਆਪੈ, ਰਸਨ ਅਹਨ ਸਰਸੈ, ਸਤ ਕਰ ਜਾਣੀਓ। ਅੰਗ ਹੈ 1400 ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ। ਜੋ ਤਾ ਸਭ ਸੁਖ ਇਤ ਉਤ ਤੁਮ ਬੰਛਵਹੁ, ਗੁਰੂ 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 ਜਪ ਪ੍ਰਾਨੀਓ ਹੋ। ਬੜੇ ਟੀਕੇ ਹੋਏ ਹਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਬੜੇ ਪੁਰਾਤਨ ਸਮੇਂ ਤੋਂ। ਕਿਉਂਕਿ ਦੁਨੀਆ ਪਤਾ ਨਹੀਂ ਕਦੋਂ ਦੀ ਚੱਲ ਰਹੀ ਹੈ, ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਗੁਰਬਾਣੀ ਦੀ ਸਮਝ ਪੈ ਜਾਵੇ। ਗੁਰਬਾਣੀ ਜਿਨ੍ਹਾਂ ਜਿਨ੍ਹਾਂ ਨੇ ਵੀ ਪੜ੍ਹੀ ਹੈ, ਆਪੋ ਆਪਣੀ ਬੁੱਧ ਅਨੁਸਾਰ ਟੀਕੇ ਕੀਤੇ ਹਨ।
ਬਹੁਤ ਪੁਰਾਤਨ ਸਮੇਂ ਤੋਂ ਅਰਥ ਭਾਵ ਹੋ ਰਹੇ ਹਨ। ਸਾਧ ਸੰਗਤ ਪਿਆਰ ਨਾਲ ਗੁਰਬਾਣੀ ਪੜ੍ਹਿਆ ਕਰੋ। ਸੰਪਰਦਾਇ ਟੀਕੇ ਬੜੇ ਚਿਰ ਤੋਂ ਹੋ ਰਹੇ ਹਨ। ਸੰਤ ਅਮੀਰ ਸਿੰਘ ਜੀ ਸਤੋਵਾਲੀ ਗਲੀ ਵਾਲਿਆਂ ਨੇ ਕੀਤੇ ਹਨ। ਪੰਡਿਤ ਤਾਰਾ ਸਿੰਘ ਨਰੋਤਮ ਉਹਨਾਂ ਨੇ ਕੀਤੇ ਹਨ। ਹੋਰ ਵੀ ਬੜੇ ਨਾਮ ਹਨ। ਦੱਸਰਾ ਇਸ ਵੇਲੇ ਸਾਰੇ ਨਾਮ ਲਵੇ, ਨਾਮ ਲੈਂਦਿਆਂ ਲੈਂਦਿਆਂ ਹੁਣ ਦਾ ਜਿਹੜਾ ਜ਼ਮਾਨਾ ਹੈ, ਪ੍ਰੋਫੈਸਰ ਸਾਹਿਬ ਸਿੰਘ ਜੀ, ਹੋਰ ਵੀ ਬੜੇ ਨਾਮ ਹਨ। ਸੰਤਾਂ ਮਹਾਂਪੁਰਖਾਂ ਨੇ ਵੀ ਕੀਤੇ ਹਨ। ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ। ਬੜੀ ਕੋਸ਼ਿਸ਼ ਕੀਤੀ ਹੈ ਕਿ ਸਮਝ ਪੈ ਜਾਵੇ ਦੁਨੀਆ ਦੇ ਜੀਵਾਂ ਨੂੰ, ਦੁਨੀਆ ਤੇ ਆਉਣਾ ਜਿਹੜਾ ਹੈ ਉਹ ਸਫਲਾ ਹੋ ਜਾਵੇ। ਸੋ ਇੱਥੇ ਕੁਝ ਕੁ ਸ਼ਬਦ ਪੁਰਾਤਨ ਜਨਮ ਸਾਖੀ ਵਿੱਚੋਂ ਦਾਸ ਨੇ ਪੜ੍ਹ ਕੇ ਸੁਣਾਏ ਹਨ। ਭਾਈ ਗੁਰਦਾਸ ਜੀ ਦਾ ਵਚਨ ਵੀ ਸੁਣਾਇਆ ਹੈ। ਏਕਾ ਏਕੰਕਾਰ ਲਿਖ ਦੇਖਾਲਿਆ, ਊੜਾ ਓੰਕਾਰ ਪਾਸ ਬਹਾਲਿਆ। ਸਤਨਾਮ ਕਰਤਾਰ ਨਿਰਭਉ ਭਾਲਿਆ, ਨਿਰਵੈਰਹੁ ਜੈਕਾਰ ਆਜੂਨ ਅਕਾਲਿਆ। ਸਚ ਨੀਸਾਨ ਅਪਾਰ ਜੋਤ ਉਜਾਲਿਆ, ਪੰਜ ਅੱਖਰ ਉਪਕਾਰ ਨਾਮ ਸੰਭਾਲਿਆ। ਵਾਰ ਤੀਜੀ 16। ਨਾਮ ਜਪਿਆ ਕਰੋ। ਇਹ ਪਰਮਾਰਥੀ ਬਚਨ ਜਿਹੜੇ ਪੁਰਾਤਨ ਜਨਮ ਸਾਖੀ ਵਿੱਚੋਂ ਪੜ੍ਹੇ ਹਨ ਕਿ ਇਹ ਪਾਂਦੇ, ਇਹ ਪੜ੍ਹਾਈ ਜੇ ਤੈਨੂੰ ਆਉਂਦੀ ਹੈ ਪਰਮੇਸ਼ਰ ਦੇ ਨਾਮ ਦੀ, ਤਾਂ ਉਹ ਸਾਨੂੰ ਪੜ੍ਹਾ। ਇਹ ਦੁਨੀਆ ਦੀ ਪੜ੍ਹਾਈ ਤਾਂ ਦੁਨੀਆ ਦੇ ਬੰਧਨ ਵਿੱਚ ਪਾਉਂਦੀ ਹੈ, ਇਹ ਅਸੀਂ ਨਹੀਂ ਪੜ੍ਹਦੇ। ਪਾਂਦੇ ਨੇ ਕਹਿ ਦਿੱਤਾ ਸੀ ਮਹਿਤਾ ਜੀ ਨੂੰ, ਮੈਂ ਨਹੀਂ ਇਹਨਾਂ ਨੂੰ ਪੜ੍ਹਾ ਸਕਦਾ, ਇਹ ਤੁਰ ਦਰਗਾਹੋਂ ਪੜ੍ਹੇ ਹੋਏ ਹਨ। ਦਾਸ ਦਿਲਬਾਗ ਸਿੰਘ ਪਾਸੋਂ ਗੁਰਬਾਣੀ 24 ਲੀਡਸ UK ਤੋਂ ਇਹ ਬਚਨ ਕਰਦੇ ਹਾਂ। ਕਈ ਭੁੱਲਾਂ ਹੋ ਗਈਆਂ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਆ ਗਿਆ ਹੈ, ਅਵਤਾਰ ਪੁਰਬ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਦੁਨੀਆ ਦੇ ਵਿੱਚ ਬੜਾ ਅੰਧਕਾਰ ਹੈ ਇਸ ਵੇਲੇ। ਕਲਯੁਗ ਨਾਨਕ ਨਾਮ ਸੁਖਾਲਾ। ਜਿਨ੍ਹਾਂ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜਪਿਆ ਹੈ, ਉਹਨਾਂ ਦਾ ਮਾਨਸ ਜਨਮ ਸਫਲਾ ਹੋ ਗਿਆ। ਜ਼ਿੰਦਗੀ ਦਾ ਪਤਾ ਨਹੀਂ। ਸਨ 2020 ਦੇ ਵਿੱਚ ਇਹ ਜਿਹੜੇ ਅੱਜ ਬਚਨ ਆਪ ਜੀ ਨੂੰ ਸੁਣਾਏ ਹਨ, ਮਹਾਰਾਜ ਦਾ ਦਿਨ ਆ ਰਿਹਾ ਹੈ। ਸਾਰੀਆਂ ਸੰਗਤਾਂ ਨੂੰ ਵਧਾਈਆਂ 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 ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਪੁਰਬ ਦੀਆਂ। ਪੂਰੇ ਵਿਸ਼ਵ ਭਰ ਦੇ ਵਿੱਚ ਸਤਿਗੁਰਾਂ ਦੀ ਉਸਤਤ ਵਡਿਆਈ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।